IPS मैथ क्लासेस YouTube चैनल ਦੇ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਹੁਣ ਘਰ ਬੈਠੇ ਹੀ YouTube ਤੇ ਮੈਥ ਸਿੱਖਣ ਲਈ IPS ਮੈਥ ਕਲਾਸਿਸ YouTube ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਬਸਕ੍ਰਾਈਬ ਕਰਵਾਓ। IPS ਮੈਥ ਕਲਾਸਿਸ YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਤਾਂ ਵਿਦਿਆਰਥੀਓ, ਗੁਰਦਾਸਪੁਰ ਟੀਮ ਵੱਲੋਂ ਇੰਪੋਰਟੈਂਟ ਕੁਐਸਚਨਸ जो 10वीं क्लास ਦੇ ਬਣਾਏ ਗਏ ਨੇ ਉਸ ਦਾ ਹੱਲ ਆਪਾਂ ਇਸ ਵੀਡੀਓ ਜਰੀਏ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਵਿਦਿਆਰਥੀਓ, ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ। ਸਭ ਤੋਂ ਪਹਿਲਾਂ ਫਸਟ ਕੁਐਸਚਨ, 2 ਘਾਤੀ ਸਮੀਕਰਨ 2x ਦੀ ਘਾਤ 2 ਮਾਈਨਸ 7x ਪਲੱਸ 3 ਦੇ ਮੂਲਾਂ ਦੀ ਪ੍ਰਕਿਰਤੀ ਪਤਾ ਕਰੋ। ਜੇਕਰ ਮੂਲ ਸੰਭਵ ਹੋਣ ਤਾਂ ਮੂਲ ਪਤਾ ਕਰੋ। ਤਾਂ ਸਭ ਤੋਂ ਪਹਿਲਾਂ ਵਿਦਿਆਰਥੀਓ, ਆਪਣੇ ਕੋਲ ਜਿਹੜੀ ਹੈ ਟਰਮ ਦਿੱਤੀ ਹੈ 2x ਦੀ 2 ਮਾਈਨਸ 7x ਪਲੱਸ 3 ਬਰਾਬਰ 0। ਇਹ ਇਸ ਵਿੱਚ ਕਿੰਨਾ ਹੈ 2, x ਸਕੇਅਰ ਦੇ ਅੱਗੇ ਵਾਲਾ b ਮਾਈਨਸ 7 ਅਤੇ c ਕਿੰਨਾ ਹੈ 3। ਤਾਂ ਡਿਸਕ੍ਰਿਮੀਨੈਂਟ ਦਾ ਫਾਰਮੂਲਾ b ਦੀ ਪਾਵਰ 2 ਮਾਈਨਸ 4ac। ਤਾਂ b ਦੀ ਵੈਲਿਊ ਪੁੱਟ ਕਰ ਦਿਓ। b ਦੀ ਵੈਲਿਊ ਕਿੰਨੀ ਹੈ 7, 4 ਗੁਣਾ a ਕਿੰਨਾ ਹੈ 2 ਔਰ c ਕਿੰਨਾ ਹੈ 3। ਤਾਂ 7 ਗੁਣਾ 7 ਕਿੰਨਾ ਹੋ ਗਿਆ 49। 4 ਦੀ 2 ਨਾਲ ਗੁਣਾ ਕਰੋਗੇ 6, 4 ਦੀ 2 ਨਾਲ ਗੁਣਾ 8, 8 ਗੁਣਾ 3 24, 49 ਚੋਂ 24 ਗਏ 25। ਤਾਂ ਮੂਲ ਕੀ ਆ ਗਿਆ, ਪੋਜ਼ੀਟਿਵ ਆ ਗਿਆ, ਪਲੱਸ ਆ ਗਿਆ। ਤਾਂ ਮੂਲ ਸੰਭਵ ਹਨ। ਉਸ ਤੋਂ ਬਾਅਦ ਆਪਾਂ ਮੂਲ ਪਤਾ ਕਰਨੇ ਨੇ। ਤਾਂ x ਬਰਾਬਰ ਫਾਰਮੂਲਾ ਮਾਈਨਸ b ਪਲੱਸ ਮਾਈਨਸ b ਸਕੇਅਰ ਮਾਈਨਸ 4ac ਬਟਾ 2a। ਤਾਂ b ਦੀ ਵੈਲਿਊ ਇੱਥੇ ਪੁੱਟ ਕਰ ਦਿਓ। ਮਾਈਨਸ ਦੇ 7 ਮਾਈਨਸ ਮਾਈਨਸ ਕੀ ਹੋ ਗਿਆ ਪਲੱਸ, ਪਲੱਸ ਮਾਈਨਸ b ਸਕੇਅਰ ਮਾਈਨਸ 4ac ਕਿੰਨਾ ਆਇਆ 25 ਬਟਾ 2 ਗੁਣਾ a। ਤਾਂ ਵਿਦਿਆਰਥੀਓ 5 ਗੁਣਾ 5 ਲਿਖ ਸਕਦੇ ਹਾਂ, 1 5 ਬਾਹਰ ਆ ਜਾਏਗਾ। 7 ਪਲੱਸ 5 ਪਲੱਸ ਮਾਈਨਸ 5 ਬਟਾ 4। ਤਾਂ x ਦੀ ਵੈਲਿਊ ਕਿੰਨੀ ਆ ਗਈ 7 ਪਲੱਸ 5 ਬਟਾ 4, 7 ਮਾਈਨਸ 5 ਬਟਾ 4। ਤਾਂ 7 ਅਤੇ 5 ਦਾ ਜੋੜ ਕਰ ਦਿਓ ਵਿਦਿਆਰਥੀਓ, ਕਿੰਨਾ ਹੋ ਗਿਆ 12 ਬਟਾ 4। 12 ਨੂੰ 4 'ਤੇ ਕੱਟਿਆ ਕਿੰਨਾ ਆ ਗਿਆ 3। ਉਸੇ ਤਰ੍ਹਾਂ ਹੀ ਵਿਦਿਆਰਥੀਓ 7 ਚੋਂ 5 ਗਏ, 2 ਬਚ ਗਏ। 2 ਚੋਂ 2 ਨੂੰ 4 ਨਾਲ ਕੱਟਤਾ 1 ਬਟਾ 2। ਇਹ ਆਪਣੇ ਕੋਲ ਆਨਸਰ ਆ ਗਿਆ ਫਸਟ ਕੁਐਸਚਨ ਦਾ। ਇਸੇ ਤਰ੍ਹਾਂ ਹੀ ਵਿਦਿਆਰਥੀਓ ਕੁਐਸਚਨ ਨੰਬਰ ਸੈਕਿੰਡ, 2 ਘਾਤੀ ਸਮੀਕਰਨ 2x ਦੀ 2 ਮਾਈਨਸ 6x ਪਲੱਸ 3 ਨੂੰ ਹੱਲ ਕਰੋ। ਤਾਂ ਵਿਦਿਆਰਥੀਓ ਇਸ ਵਿੱਚ ਆਪਣੇ ਕੋਲ a ਕਿੰਨਾ ਹੈ 2, b ਕਿੰਨਾ ਮਾਈਨਸ 6 ਅਤੇ c ਕਿੰਨਾ ਹੈ 3। ਤਾਂ ਵਿਦਿਆਰਥੀਓ ਡਿਸਕ੍ਰਿਮੀਨੈਂਟ ਦਾ ਫਾਰਮੂਲਾ x ਬਰਾਬਰ ਡਿਸਕ੍ਰਿਮੀਨੈਂਟ ਇਹਨੇ ਪਤਾ ਨਹੀਂ ਕੀਤਾ, ਪਹਿਲਾਂ ਡਿਸਕ੍ਰਿਮੀਨੈਂਟ ਪਤਾ ਕਰ ਲਓ। ਵਿਦਿਆਰਥੀਓ ਡਿਸਕ੍ਰਿਮੀਨੈਂਟ ਪਹਿਲਾਂ ਪਤਾ ਕਰਾਂਗੇ। ਡਿਸਕ੍ਰਿਮੀਨੈਂਟ ਪਤਾ ਕਰਨ ਦਾ ਫਾਰਮੂਲਾ b ਸਕੇਅਰ ਮਾਈਨਸ 4ac। b ਦੀ ਵੈਲਿਊ ਕਿੰਨੀ ਹੈ ਮਾਈਨਸ 6 ਮਾਈਨਸ 4 ਗੁਣਾ 2 ਗੁਣਾ 3। ਤਾਂ ਵਿਦਿਆਰਥੀਓ ਆ ਗਿਆ 36 ਮਾਈਨਸ 24, 36 ਮਾਈਨਸ 24 ਕਿੰਨਾ ਆ ਗਿਆ 12। ਡਿਸਕ੍ਰਿਮੀਨੈਂਟ ਆਪਣੇ ਕੋਲ 12 ਆ ਜਾਊਗਾ। ਉਸ ਤੋਂ ਬਾਅਦ ਆਪਾਂ x ਦੀ ਵੈਲਿਊਜ਼ ਮਾਈਨਸ b ਪਲੱਸ ਮਾਈਨਸ b ਸਕੇਅਰ ਮਾਈਨਸ 4ac ਬਟਾ 2a। ਤਾਂ ਵਿਦਿਆਰਥੀਓ ਮਾਈਨਸ ਮਾਈਨਸ ਕੀ ਹੋ ਜਾਣਗੇ ਪਲੱਸ 6। ਤਾਂ ਇੱਥੇ ਕਿੰਨਾ ਆ ਗਿਆ 36 ਮਾਈਨਸ 24 12 ਆ ਗਿਆ ਬਟਾ ਕਿੰਨਾ ਹੈ 4। 2 ਗੁਣਾ 2 ਕਿੰਨਾ ਹੋ ਗਿਆ 4। ਤਾਂ 12 ਦਾ ਵਰਗਮੂਲ ਉੱਪਰ ਇੱਥੇ ਵਰਗਮੂਲ ਦਾ ਨਿਸ਼ਾਨ ਆਏਗਾ। ਉਸ ਤੋਂ ਬਾਅਦ ਵਿਦਿਆਰਥੀਓ 12 ਦੇ ਗੁਣਨਖੰਡ ਕੀ ਬਣ ਸਕਦੇ ਨੇ, 12 ਨੂੰ ਆਪਾਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 3। ਤਾਂ ਵਿਦਿਆਰਥੀਓ ਫਿਰ ਵਰਗਮੂਲ ਦੇ ਵਿੱਚੋਂ ਬਾਹਰ ਆ ਜਾਏਗਾ 1, 2 ਬਾਹਰ ਆ ਗਿਆ, ਅੰਦਰ ਕਿੰਨਾ ਰਹਿ ਗਿਆ 3 ਬਟਾ ਕਿੰਨਾ ਹੈ 4। ਉੱਪਰੋਂ ਦੋਨਾਂ ਦੇ ਵਿੱਚੋਂ 2 ਕਾਮਨ ਕੱਢਿਆ ਤਾਂ ਇੱਥੇ ਰਹਿ ਗਿਆ 3 ਪਲੱਸ ਵਰਗਮੂਲ 3 ਬਟਾ 4। 2 ਨਾਲ 2 ਕੈਂਸਲ। ਤਾਂ 2 ਨੂੰ 4 'ਤੇ ਕੈਂਸਲ ਕੀਤਾ, ਥੱਲੇ ਕਿੰਨਾ ਬਚ ਗਿਆ 2। ਤਾਂ ਆਪਣੇ ਕੋਲ 2 ਆਨਸਰ ਆ ਗਏ। x ਬਰਾਬਰ 3 ਪਲੱਸ ਵਰਗਮੂਲ 3 ਬਟਾ 2, 3 ਮਾਈਨਸ 3 ਵਰਗਮੂਲ 2। ਨੈਕਸਟ ਕੁਐਸਚਨ, ਕੁਐਸਚਨ ਨੰਬਰ ਥਰਡ, 2 ਘਾਤੀ ਸਮੀਕਰਨ 2x ਦੀ 2 ਮਾਈਨਸ 4x ਪਲੱਸ 3 ਬਰਾਬਰ 0 ਦਾ ਡਿਸਕ੍ਰਿਮੀਨੈਂਟ ਪਤਾ ਕਰੋ ਅਤੇ ਫਿਰ ਮੂਲਾਂ ਦੀ ਪ੍ਰਕਿਰਤੀ ਪਤਾ ਲਗਾਓ। ਤਾਂ ਵਿਦਿਆਰਥੀਓ a ਆਪਣੇ ਕੋਲ ਕਿੰਨਾ ਆ ਗਿਆ 2, b ਮਾਈਨਸ 4, c ਕਿੰਨਾ ਹੈ 3। ਤਾਂ ਡਿਸਕ੍ਰਿਮੀਨੈਂਟ ਦਾ ਫਾਰਮੂਲਾ b ਸਕੇਅਰ ਮਾਈਨਸ 4ac। ਮਾਈਨਸ 4 ਦੀ ਪਾਵਰ 2, 4 ਗੁਣਾ 2 ਗੁਣਾ 3। ਤਾਂ 4 ਗੁਣਾ 4 ਕਿੰਨਾ ਹੋ ਗਿਆ 16 ਮਾਈਨਸ ਕਿੰਨਾ ਹੋ ਗਿਆ 24, 4 ਦੂਣੀ 8, 8 ਦੀ 24 ਹੋ ਗਿਆ। 16 ਚੋਂ 24 ਗਏ ਕਿੰਨੇ ਆ ਗਏ ਮਾਈਨਸ ਦੇ 8। ਤਾਂ ਜਦੋਂ ਡਿਸਕ੍ਰਿਮੀਨੈਂਟ ਮਾਈਨਸ ਆ ਜੇ ਤਾਂ ਫਿਰ ਕੀ ਹੈ ਮੂਲ ਵਾਸਤਵਿਕ ਨਹੀਂ ਹਨ। ਤਾਂ ਨੈਕਸਟ ਹੈ ਕੁਐਸਚਨ ਨੰਬਰ 4, k ਦਾ ਮੁੱਲ ਪਤਾ ਕਰੋ ਜੇਕਰ 2 ਘਾਤੀ ਸਮੀਕਰਨ ਦੇ ਮੂਲ ਕੀ ਹੋਣ ਬਰਾਬਰ ਹੋਣ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਵਿਦਿਆਰਥੀਓ ਇਹ। 2x ਦੀ 2 ਪਲੱਸ kx ਪਲੱਸ 3। a ਆਪਣੇ ਕੋਲ ਕਿੰਨਾ ਹੈ 2, b 6 ਅਤੇ c ਕਿੰਨਾ ਹੈ 3। ਤਾਂ ਡਿਸਕ੍ਰਿਮੀਨੈਂਟ ਦਾ ਫਾਰਮੂਲਾ b ਸਕੇਅਰ ਮਾਈਨਸ 4ac। k ਦੀ ਪਾਵਰ 2 ਮਾਈਨਸ 4 ਗੁਣਾ 2 ਗੁਣਾ 3। ਤਾਂ k ਸਕੇਅਰ ਮਾਈਨਸ ਕਿੰਨਾ ਆ ਗਿਆ 24। ਤਾਂ ਵਿਦਿਆਰਥੀਓ ਮੂਲ ਬਰਾਬਰ ਹੈ। ਮੂਲ ਬਰਾਬਰ ਕਦੋਂ ਹੁੰਦੇ ਆ, ਜਦੋਂ ਡਿਸਕ੍ਰਿਮੀਨੈਂਟ ਕਿਹਦੇ ਬਰਾਬਰ ਹੋਵੇ 0। ਤਾਂ k ਸਕੇਅਰ ਮਾਈਨਸ 24 ਨੂੰ 0 ਦੇ ਬਰਾਬਰ ਰੱਖ ਦਿਓ।
ਤਾਂ ਮਾਈਨਸ ਦੇ 24 ਉੱਧਰ ਜਾ ਕੇ ਕੀ ਹੋ ਗਏ ਪਲੱਸ ਦੇ 24। ਤਾਂ 24 ਦੇ ਗੁਣਨਖੰਡ ਕੀ ਬਣ ਗਏ 2 ਗੁਣਾ 2 ਗੁਣਾ 2 ਗੁਣਾ 3। ਤਾਂ 2 ਦੂਣੀ 4 4 ਦੂਣੀ 8 8 ਦੂਣੀ 8 ਤੀਆ 24। ਤਾਂ ਇੱਕ ਜੋੜਾ ਬਾਹਰ ਆ ਜਾਏਗਾ 2 ਬਾਹਰ ਆ ਗਿਆ ਅੰਦਰ ਕਿੰਨਾ ਰਹਿ ਗਿਆ 6। ਤਾਂ ਪਲੱਸ ਮਾਈਨਸ ਵਰਗਮੂਲ 2 ਵਰਗਮੂਲ 6 ਇਹ ਆਪਣੇ ਕੋਲ ਆਨਸਰ ਆ ਗਿਆ। ਤਾਂ ਨੈਕਸਟ ਹੈ ਕੁਐਸਚਨ ਨੰਬਰ 5 ਦੋ ਘਾਤੀ ਸਮੀਕਰਨ ਦੇ ਮੂਲ ਪਤਾ ਕਰੋ। ਤਾਂ ਵਿਦਿਆਰਥੀਓ ਇਸ ਕੁਐਸਚਨ ਦੇ ਵਿੱਚ a ਕਿੰਨਾ 3 b ਕਿੰਨਾ -2 ਵਰਗਮੂਲ 6 ਤੇ c ਕਿੰਨਾ 2। ਤਾਂ ਡਿਸਕ੍ਰਿਮੀਨੈਂਟ ਪਤਾ ਕੀਤਾ ਤਾਂ ਵਿਦਿਆਰਥੀਓ b² - 4ac 2 ਵਰਗਮੂਲ 6 ਦੀ 2 ਵਰਗਮੂਲ 6 ਨਾਲ ਜੇ ਗੁਣਾ ਕਰੀਏ ਤਾਂ ਇਹ ਕਿੰਨਾ ਬਣ ਜਾਂਦਾ ਵਿਦਿਆਰਥੀਓ 6 ਵਰਗਮੂਲ 6 ਕਿੰਨਾ ਬਣ ਗਿਆ ਇਕੱਲਾ 6 ਗੁਣਾ 4 ਕਰਤਾ 24। ਤਾਂ ਵਿਦਿਆਰਥੀਓ ਉਸ ਤੋਂ ਬਾਅਦ 4 ਗੁਣਾ 3 ਗੁਣਾ 2 ਕੀਤਾ ਉਹ ਵੀ 24 ਬਣ ਗਿਆ 24 'ਚ 24 ਕੇ ਕਿੰਨੇ ਰਹਿ ਗਏ 0। ਤਾਂ ਦੋਵੇਂ ਮੂਲ ਬਰਾਬਰ ਹੋਣਗੇ। ਉਸ ਤੋਂ ਬਾਅਦ ਵਿਦਿਆਰਥੀਓ x ਦਾ ਫਾਰਮੂਲਾ -b ਪਲੱਸ -b² - 4ac ਬਟਾ 2a। ਤਾਂ b ਦੀ ਵੈਲਿਊ ਪੁੱਟ ਕਰੋ ਡਿਸਕ੍ਰਿਮੀਨੈਂਟ 0 ਆ ਗਿਆ ਮਾਈਨਸ ਮਾਈਨਸ ਕੀ ਹੋ ਜਾਣਗੇ ਪਲੱਸ 2 ਵਰਗਮੂਲ 6 ਪਲੱਸ 0 ਬਟਾ 2 ਗੁਣਾ a ਦੀ ਵੈਲਿਊ ਕਿੰਨੀ ਹੈ 3। ਤਾਂ 2 ਨਾਲ 2 ਕੈਂਸਲ ਹੋ ਗਿਆ ਵਰਗਮੂਲ 6 ਬਟਾ 3 ਤੇ ਵਰਗਮੂਲ 6 ਬਟਾ 3 ਇਹ ਆਪਣੇ ਕੋਲ ਆਨਸਰ ਆ ਗਿਆ ਕੁਐਸਚਨ ਨੰਬਰ 5 ਦਾ। ਤਾਂ ਨੈਕਸਟ ਹੈ 10 ਅਤੇ 250 ਦੇ ਵਿਚਕਾਰ 4 ਦੇ ਕਿੰਨੇ ਗੁਣਜ ਹਨ। ਤਾਂ ਵਿਦਿਆਰਥੀਓ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਅੰਕਗਣਿਤਕ ਲੜੀ ਦੇ ਵਿੱਚੋਂ ਹੈ 10 ਅਤੇ 250 ਦੇ ਵਿਚਕਾਰ 4 ਦੇ ਗੁਣਜ। 10 ਤੋਂ ਬਾਅਦ ਜਿਹੜਾ ਹੈ 4 ਦੇ ਪਹਾੜੇ ਤੇ ਜਿਹੜੀ ਟਰਮ ਆਉਂਦੀ ਹੈ ਉਹ ਕਿਹੜੀ ਹੈ 12 16 20 ਔਰ ਆਖਰੀ ਕਿੰਨੀ ਹੈ 248। ਤਾਂ ਵਿਦਿਆਰਥੀਓ ਇਸ ਏਪੀ ਵਿੱਚ a ਫਸਟ ਟਰਮ ਜਿਹੜੀ ਹੈ ਉਹ ਕਿੰਨੀ ਹੈ 12 t ਪਤਾ ਕਰਨ ਦਾ ਫਾਰਮੂਲਾ ਸੈਕਿੰਡ ਟਰਮ ਮਾਈਨਸ ਫਸਟ ਟਰਮ 16 ਦੇ ਵਿੱਚੋਂ 12 ਘਟਾਤੇ ਕਿੰਨੇ ਆ ਗਏ 4 ਔਰ ਆਖਰੀ ਟਰਮ ਕਿੰਨੀ ਹੈ 248। ਤਾਂ ਵਿਦਿਆਰਥੀਓ ਆਖਰੀ ਟਰਮ ਦਾ ਫਾਰਮੂਲਾ an ਬਰਾਬਰ a + n-1 × d। ਤਾਂ ਇੱਥੇ 248 ਪੁੱਟ ਕਰਤਾ। ਇਸ ਵਾਰੀ ਪ੍ਰੀ ਬੋਰਡ ਐਗਜ਼ਾਮ 'ਚ ਵੀ ਇਹ ਕੁਐਸਚਨ ਆਇਆ ਸੀ a 12 n-1 × d ਦੀ ਵੈਲਿਊ ਕਿੰਨੀ ਹੈ 4। ਤਾਂ 4 ਦੀ n ਨਾਲ ਗੁਣਾ ਕੀਤੀ 4n ਹੋ ਗਿਆ ਮਾਈਨਸ ਦੇ 4। ਤਾਂ ਵਿਦਿਆਰਥੀਓ 12 ਚੋਂ 4 ਗਏ ਕਿੰਨੇ ਰਹਿ ਗਏ 8 ਤੇ 248 ਇੱਧਰ ਆ ਕੇ ਮਾਈਨਸ ਹੋ ਗਏ 4n ਉੱਧਰ ਜਾ ਕੇ ਮਾਈਨਸ ਹੋ ਗਏ -4n ਬਰਾਬਰ ਮਾਈਨਸ ਦੇ 240। ਤਾਂ ਮਾਈਨਸ ਨਾਲ ਮਾਈਨਸ ਕੈਂਸਲ n ਦੀ ਵੈਲਿਊ ਕਿੰਨੀ ਆ ਗਈ 240 ਭਾਗ 4। 240 ਨੂੰ 4 ਨਾਲ ਭਾਗ ਕਰੀਏ ਤਾਂ ਆਪਣੇ ਕੋਲ ਕਿੰਨਾ ਆ ਗਿਆ 60। ਨੈਕਸਟ 7th ਕੁਐਸਚਨ ਇਹ ਵੀ ਪ੍ਰੀ ਬੋਰਡ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀ ਇੰਪੋਰਟੈਂਟ ਕੁਐਸਚਨ ਹੈ 636 ਜੋੜ ਪ੍ਰਾਪਤ ਕਰਨ ਲਈ AP 9 17 25 ਦੇ ਕਿੰਨੇ ਪਦ ਲੈਣੇ ਚਾਹੀਦੇ ਹਨ। ਤਾਂ A ਆਪਣੇ ਕੋਲ 9 ਆ ਗਿਆ D 17 ਚੋਂ 9 ਘਟਾਤੇ ਕਿੰਨੇ ਰਹਿ ਗਏ 8 ਤੇ S ਕਿੰਨਾ ਹੈ 636। ਤਾਂ ਵਿਦਿਆਰਥੀਓ S ਦੀ ਵੈਲਿਊ ਸਮ ਦੀ ਵੈਲਿਊ 636 ਭਰਤੀ n ਬਟਾ 2 n ਆਪਾਂ ਪਤਾ ਕਰਨਾ ਹੈ 2 ਗੁਣਾ 9 A ਦੀ ਵੈਲਿਊ ਕਿੰਨੀ ਹੈ 9 n - 1 D ਦੀ ਵੈਲਿਊ ਕਿੰਨੀ ਹੈ 8। ਤਾਂ ਵਿਦਿਆਰਥੀਓ 2 ਦੀ ਤਿਰਛੀ ਗੁਣਾ ਕਰਤੀ 636 ਗੁਣਾ 2 ਕਿੰਨਾ ਹੋ ਗਿਆ ਤੇ n 9 ਗੁਣਾ 2 18 8 ਦੀ n ਨਾਲ ਗੁਣਾ ਕਰਾਂਗੇ 8n ਮਾਈਨਸ ਦੇ 8। ਤਾਂ 18 ਚੋਂ 8 ਗਏ ਕਿੰਨੇ ਰਹਿ ਗਏ 10 8n ਪਲੱਸ ਕਿੰਨਾ ਰਹਿ ਗਿਆ 10 ਔਰ 636 ਦੀ 2 ਨਾਲ ਗੁਣਾ ਕਰਾਂਗੇ 1272। ਤਾਂ ਵਿਦਿਆਰਥੀਓ n ਦੀ 8 ਨਾਲ ਗੁਣਾ ਕੀਤੀ 8n² 10 ਦੀ n ਨਾਲ 10n ਔਰ 1272 ਇੱਧਰ ਜਾ ਕੇ ਕੀ ਹੋ ਗਏ ਮਾਈਨਸ। ਇਸ ਤਰ੍ਹਾਂ ਵਿਦਿਆਰਥੀਓ 2 ਨਾਲ ਭਾਗ ਕਰ ਦਿਓ 2 ਨਾਲ ਭਾਗ ਕਰਨ ਤੇ ਆਪਣੇ ਕੋਲ ਬਚ ਗਿਆ 4n ਦੀ 2 ਪਲੱਸ 5n ਮਾਈਨਸ 636 ਬਰਾਬਰ 0। ਹੁਣੇ ਆਪਾਂ ਡਿਸਕ੍ਰਿਮੀਨੈਂਟ ਨੂੰ ਹੱਲ ਕਰਾਂਗੇ A ਆਪਣੇ ਕੋਲ ਆ ਗਿਆ 4 B 5 ਤੇ C ਕਿੰਨਾ ਆ ਗਿਆ ਮਾਈਨਸ 636। ਤਾਂ ਵਿਦਿਆਰਥੀਓ ਡਿਸਕ੍ਰਿਮੀਨੈਂਟ ਵਾਲੇ ਫਾਰਮੂਲੇ ਦੇ ਵਿੱਚ ਇਹਦੀ ਵੈਲਿਊ ਪੁੱਟ ਕਰ ਦਿਓ B ਦੀ ਵੈਲਿਊ ਕਿੰਨੀ ਹੈ -5 ਤਾਂ b² - 4ac। ਤਾਂ ਵਿਦਿਆਰਥੀਓ ਆਪਣੇ ਕੋਲ ਆ ਗਿਆ 5 ਗੁਣਾ 5 25 ਔਰ 4 ਗੁਣਾ 4 16 16 ਦੀ 636 ਨਾਲ ਗੁਣਾ ਕਰਾਂਗੇ 10 176 10 176 ਚ 25 ਜੋੜੇ 10 201 10 201 ਨੂੰ ਆਪਾਂ ਲਿਖ ਸਕਦੇ 101 ਗੁਣਾ 101 ਤਾਂ 101 ਕੀ ਆ ਜਾਏਗਾ ਬਾਹਰ -5 ਪਲੱਸ 101 ਬਟਾ 8 -5 ਮਾਈਨਸ 101 ਬਟਾ 8। ਤਾਂ ਵਿਦਿਆਰਥੀਓ 101 ਚੋਂ 5 ਗਏ 96 ਬਟਾ 8 96 ਨੂੰ 8 ਨਾਲ ਭਾਗ ਕਰਾਂਗੇ ਕਿੰਨਾ ਆ ਜਾਏਗਾ 12 ਔਰ ਇਹ ਮਾਈਨਸ ਆ ਗਿਆ ਜੋ ਕਿ ਸੰਭਵ ਨਹੀਂ ਹੈ ਰਿਜੈਕਟ ਕਰ ਦਾਂਗੇ। ਤਾਂ ਇਸ ਲਈ n ਦੀ ਵੈਲਿਊ ਕਿੰਨੀ ਹੈਗੀ 12। ਤਾਂ ਨੈਕਸਟ ਹੈ ਕੁਐਸਚਨ ਨੰਬਰ 8 2 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 3 ਨਾਲ ਵੰਡੀਆਂ ਜਾ ਸਕਦੀਆਂ ਹਨ। ਤਾਂ ਵਿਦਿਆਰਥੀਓ 3 ਦੇ ਟੇਬਲ ਤੇ ਆਉਣ ਵਾਲੀਆਂ 2 ਅੰਕਾਂ ਵਾਲੀਆਂ ਸੰਖਿਆ ਸਭ ਤੋਂ ਪਹਿਲੀ ਸੰਖਿਆ ਕਿਹੜੀ ਹੈ 12 ਫਿਰ ਉਸ ਤੋਂ ਬਾਅਦ 15 18 ਤੇ ਲਾਸਟ ਕਿਹੜੀ ਹੋਏਗੀ 99। ਤਾਂ ਵਿਦਿਆਰਥੀਓ ਫਿਰ ਇਸੇ ਤਰ੍ਹਾਂ ਹੀ A ਆਪਣੇ ਕੋਲ 12 ਆ ਗਿਆ D 3 ਆ ਗਿਆ D ਕਿਵੇਂ ਪਤਾ ਕਰਨਾ ਦੂਜੀ ਟਰਮ ਚੋਂ ਪਹਿਲੀ ਟਰਮ ਘਟਾ ਦਿਓ 15 ਚੋਂ 12 ਗਏ 3 ਤੇ AN ਕਿੰਨਾ ਆ ਗਿਆ 99। ਤਾਂ ਵਿਦਿਆਰਥੀਓ AN ਬਰਾਬਰ ਕਿੰਨਾ ਆ ਗਿਆ A + n - 1 × D। ਤਾਂ A ਦੀ ਵੈਲਿਊ AN ਦੀ ਵੈਲਿਊ 99
12 प्लस n-1 इंटू डी की वैल्यू पुट करती 3। तो विद्यार्थियों 3 की n गुणा करांगे 3n-3 99 माइनस कितना हो गया 12 इधर आके माइनस हो गए 99 चो 12 गए किन्ने रह गए 87 और माइनस के 3 इधर आके की हो गए प्लस। तो 87 ते 90 90 बराबर 3n n की वैल्यू आ गई 90/3 कट के कितनी आ जाएगी 30। तो नैक्सट है 9th क्वेश्चन 3 अंकों वालियां कितनियां संख्यावां 7 नाल भाजयोग हैं। तो विद्यार्थियों बहुत ही आसान क्वेश्चन है। तो 3 नाल भाजयोग जिहड़ियां संख्यावां ने तो 7 के टेबल से आंदियां ने 105 112 119 तो आखिरी टर्म कितनी है 994। विद्यार्थियों ए 105 आ गया डी सैकेंड टर्म माइनस फर्स्ट टर्म 7 आ गई और ए एन कितना है 994। तो विद्यार्थियों ये आखिरी टर्म का फॉर्मूला है ये वैल्यू पुट कर दो ए एन की जगह पर 994 ए की वैल्यू 105 तो डी की वैल्यू 7 7 की एन गुणा करांगे 7n-7 हो गया 105 इधर आके माइनस 994 चो 105 गए 899 माइनस दे 7 इधर आके की हो गए प्लस दे 7। तो विद्यार्थियों 7n बराबर कितना आ गया 896 n की वैल्यू कितनी आ गई 896 ਨੂੰ 7 ਨਾਲ भाग कर दो तो 128। ये विद्यार्थियों अपने को आंसर आ गया। तो नैक्सट है जोड़फल पता करना है -5 -8 -11 और माइनस दे 230। तो विद्यार्थियों ए कितना है माइनस दे 5 डी बराबर -8 माइनस दे 5 तो डी अपने को कितना आ गया माइनस दे 3 ए एन अपने को दिता है माइनस दे 230। फिर विद्यार्थियों ए एन पता करांगे ए एन बराबर ए प्लस n-1 इंटू डी। तो वैल्यूज पुट कर दो ए एन की 230 ए की -5 और डी की -3। तो विद्यार्थियों -230 माइनस माइनस की हो गई प्लस माइनस दे 3n प्लस दे 3 तो -225 माइनस 3n प्लस 3। तो विद्यार्थियों माइनस दे 225 उधर जाके की हो गई प्लस दे और माइनस दे 3n इधर आके प्लस हो गई 3n बराबर 228 n की वैल्यू कितनी आ गई 228 ਨੂੰ 3 ਨਾਲ भाग कर दो 76। तो विद्यार्थियों उस तो बाद SN का फॉर्मूला की होंगे n/2 a प्लस an मतलब आखिरी टर्म। तो n की वैल्यू 76 आ गई 76/2 उस तो बाद a की वैल्यू -5 और लास्ट टर्म कितनी है -230। तो -230 तो 205 235 हो गए 36 ਨੂੰ 76 ਨੂੰ 2 ਤੇ ਕੱਟਦਾ 38 38 ਨੂੰ 235 ਨਾਲ ਗੁਣਾ ਕੀਤਾ ਆਪਣੇ ਕੋਲ ਆ ਗਿਆ -9930। ਇਹ ਆਪਣੇ ਕੋਲ ਵਿਦਿਆਰਥੀਓ ਜੋੜਫਲ ਦਾ ਫਾਰਮੂਲਾ ਆਨਸਰ ਆ ਗਿਆ। ਤਾਂ ਨੈਕਸਟ ਹੈ 11ਵਾਂ ਕੁਐਸਚਨ 9ਵੇਂ ਚੈਪਟਰ ਚੋਂ ਇੰਪੋਰਟੈਂਟ ਕੁਐਸਚਨ 81 ਮੀਟਰ ਚੌੜੀ ਜੋ ਇਹ ਵੀ ਪ੍ਰੀ ਬੋਰਡ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ। ਚੌੜੀ ਸੜਕ ਦੇ ਦੋਵੇਂ ਪਾਸੇ ਆਮਨੇ ਸਾਹਮਣੇ ਬਰਾਬਰ ਲੰਬਾਈ ਵਾਲੇ ਦੋ ਖੰਭੇ ਲੱਗੇ ਹੋਏ ਹਨ। ਇਹਨਾਂ ਦੋ ਖੰਭਿਆਂ ਦੇ ਵਿਚਕਾਰ ਸੜਕ ਤੇ ਇੱਕ ਬਿੰਦੂ ਤੇ ਖੰਭਿਆਂ ਦੇ ਸਿਖਰਾਂ ਦਾ ਉਚਾਨ ਕੋਣ 60 ਡਿਗਰੀ ਅਤੇ 30 ਡਿਗਰੀ ਹੈ। ਖੰਭਿਆਂ ਦੀ ਉਚਾਈ ਖੰਭਿਆਂ ਦੇ ਪੈਰ ਬਿੰਦੂ ਦੀ ਦੂਰੀ ਪੈਰ ਤੋਂ ਬਿੰਦੂ ਦੀ ਦੂਰੀ ਪਤਾ ਕਰੋ। ਤਾਂ ਵਿਦਿਆਰਥੀਓ ਦੇਖੋ ਇਹ ਆਪਣੇ ਕੋਲ ਡਾਇਗਰਾਮ ਬਣ ਗਈ। ਤਾਂ ਇਹ ਡਾਇਗਰਾਮ ਦੇ ਅਕੋਰਡਿੰਗ ਆਪਾਂ ਜਿਹੜੀ ਹੈ ਸੜਕ ਹੈ ਪਿੱਛੇ ABC ਜਿਹੜੀ BD ਹੈ ਸੜਕ ਹੈ AB ਤੇ CD ਦੋ ਬਰਾਬਰ ਖੰਭੇ ਹੈ ਇਹਨਾਂ ਦੀ ਉਚਾਈ H ਮੰਨ ਲਈ और एक बिंदु ते 60 डिग्री ते 30 डिग्री का कोण बना रहे हैं। तो विद्यार्थियों पहला आप समकोण दे कोण लवांगे ABP ये तो आप H पता करना है तो AB/BP। तो विद्यार्थियों AB/BP किहदे बराबर हुंदा है P/B P/B किहदे बराबर हुंदा है tan थीटा tan 60 की वैल्यू कितनी होंदी है वर्गमूल 3 इत्थों आप H की वैल्यू कढ लांगे BP की वैल्यू कितनी आ गई H/वर्गमूल 3। उस तो बाद दूसरे त्रिकोण के ले लिया दूसरी त्रिकोण के भी आप इस तरह ही P/B के बराबर होंगे tan तो 1/वर्गमूल 3 tan 30 की वैल्यू होंगी है H/PD तो PD की वैल्यू कितनी आ गई H/वर्गमूल 3 इनू समीकरण 1 ते 2 मान लिया। BP ते PD का जोड़ कर दो जोड़ करन ते H/वर्गमूल 3 ते H/वर्गमूल 3 आ गया क्योंकि BP ते PD पूरी BD है वो 80 मीटर दी है इसलिए इनू 80 के बराबर रख लिया। दोनों के विचों H कॉमन आ गया H कॉमन कढ़न ते अपने को ये वैल्यू बच गई 4 वर्गमूल 3 क्रॉस मल्टीप्लाई करके 20 वर्गमूल कितनी आ गई 3। इस तरह ही विद्यार्थियों समीकरण 2 तो PD की वैल्यू कितनी आ जाऊगी 60। तो खंभियां तो जी दूरी है वो कितनी आ गई 20 ते 60। तो नैक्सट क्वेश्चन नंबर 12 ਜ਼ਮੀਨ ਦੇ ਇੱਕ ਬਿੰਦੂ ਤੋਂ 20 ਮੀਟਰ ਉੱਚੀ ਇੱਕ ਇਮਾਰਤ ਤੇ ਸਿਖਰ ਤੇ ਲੱਗੇ ਸੰਚਾਰ ਤਲ ਦੇ ਸਿਖਰ ਦਾ ਉਚਾਨ ਕੋਣ ਕ੍ਰਮਵਾਰ 45 डिग्री ਅਤੇ 60 डिग्री है। संचार मीनार की ऊंचाई पता करो। तो विद्यार्थियों
ਇਹ ਆਪਣੇ ਕੋਲ ਇੱਕ 20 ਮੀਟਰ ਉੱਚੀ ਇਮਾਰਤ ਹੈ, ਉਸ ਦੇ ਵਿੱਚ ਸੰਚਾਰ ਮੀਨਾਰ ਹੈ। ਇਸ ਤਰ੍ਹਾਂ ਤੁਸੀਂ ਬਣਾ ਲਓਗੇ ਡਾਇਗਰਾਮ। ਇਹਦੇ ਉੱਤੇ ਇੱਕ ਹੋਰ ਬਣਿਆ ਹੋਇਆ ਹੈ, ਇੱਥੇ ਕੋਣ ਜਿਹੜਾ ਹੈ ਇੱਕ 45 ਡਿਗਰੀ ਦਾ ਹੈ, ਇੱਕ ਕਿੰਨਾ ਹੈ 60 ਡਿਗਰੀ ਦਾ ਹੈ। ਤਾਂ ਵਿਦਿਆਰਥੀਓ ਮੰਨ ਲਓ AD ਕਿੰਨਾ ਹੈ x ਮੀਟਰ। ਤਾਂ ਵਿਦਿਆਰਥੀਓ ACB ਵਿੱਚ ਆਪਾਂ AB ਬਟਾ BC ਕੱਢ ਲਿਆ। AB ਬਟਾ BC ਬਰਾਬਰ ਕਿੰਨਾ ਆ ਗਿਆ 1। ਤਾਂ BC ਦੀ ਲੰਬਾਈ ਅਤੇ AB ਦੀ ਲੰਬਾਈ ਦੋਵੇਂ ਬਰਾਬਰ ਆ ਗਈਆਂ। ਉਹ ਕਿੰਨੀਆਂ ਆ ਗਈਆਂ 20 ਮੀਟਰ। ਤਾਂ ਫਿਰ ਉਸ ਤੋਂ ਬਾਅਦ ਦੂਸਰੀ ਤ੍ਰਿਕੋਣ ਲੈ ਲਈ DCB ਵਿੱਚ tan 60 ਦੀ ਵੈਲਿਊ BD ਬਟਾ BC। BD ਕਿਹਦੇ ਬਰਾਬਰ ਹੈ AB ਪਲੱਸ AD ਬਰਾਬਰ ਕਿੰਨਾ ਆ ਗਿਆ 20 ਦੀ ਕ੍ਰਾਸ ਮਲਟੀਪਲਾਈ ਕਰਤੀ ਵਰਗਮੂਲ 3। AB ਪਲੱਸ AD ਦੀ ਵੈਲਿਊ ਕਿੰਨੀ ਮੰਨੀ ਆਪਾਂ x। 20 ਉਧਰ ਜਾ ਕੇ ਮਾਈਨਸ ਹੋ ਗਿਆ, 20 ਕਾਮਨ ਆ ਗਿਆ, ਵਰਗਮੂਲ 3 ਮਾਈਨਸ 1 ਮੀਟਰ। ਨੈਕਸਟ ਕੁਐਸਚਨ ਨੰਬਰ 13। ਹਨੇਰੀ ਆਉਣ ਨਾਲ ਇੱਕ ਦਰਖਤ ਟੁੱਟ ਜਾਂਦਾ ਹੈ ਅਤੇ ਟੁੱਟਿਆ ਹੋਇਆ ਦਰਖਤ ਭਾਗ ਇਸ ਤਰ੍ਹਾਂ ਮੁੜ ਜਾਂਦਾ ਹੈ ਕਿ ਦਰਖਤ ਦਾ ਸਿਖਰ ਜ਼ਮੀਨ ਨੂੰ ਛੂਹਣ ਲੱਗਦਾ ਹੈ ਅਤੇ ਇਸ ਦੇ ਨਾਲ 30 ਡਿਗਰੀ ਦਾ ਕੋਣ ਬਣਾਉਂਦਾ ਹੈ। ਦਰਖਤ ਦੇ ਆਧਾਰ ਬਿੰਦੂ ਤੋਂ ਦੂਰੀ ਅਤੇ ਜਿੱਥੇ ਦਰਖਤ ਦਾ ਸਿਖਰ ਜ਼ਮੀਨ ਨੂੰ ਛੂਹਦਾ ਹੈ 8 ਮੀਟਰ ਹੈ। ਦਰਖਤ ਦੀ ਉਚਾਈ ਪਤਾ ਕਰੋ। ਤਾਂ ਵਿਦਿਆਰਥੀਓ ਇਸ ਤਰ੍ਹਾਂ ਇਹ ਦਰਖਤ ਉੱਚਾ ਸੀਗਾ, ਦਰਖਤ ਜਿਹੜਾ ਹੈ ਡਿੱਗ ਗਿਆ, A ਤੋਂ C ਜਿਹੜਾ ਹਿੱਸਾ ਹੈ ਉਹ D ਬਣ ਗਿਆ। ਤਾਂ ਵਿਦਿਆਰਥੀਓ ਇਹਦੇ ਵਿੱਚ ਆਪਾਂ ਹੁਣ ਸਮਕੋਣ ਦੇਖੋ CD ਵਿੱਚ। ਤਾਂ ਆਪਾਂ CB ਬਟਾ DB ਪਤਾ ਕਰਨੀ ਹੈ। P ਬਟਾ B ਹੁੰਦੀ ਹੈ। tan 30 ਦੀ ਵੈਲਿਊ 1 ਬਟਾ ਵਰਗਮੂਲ 3। CB ਬਟਾ 8 ਤਾਂ ਕ੍ਰਾਸ ਮਲਟੀਪਲਾਈ ਕਰਤੀ, CB ਦੀ ਵੈਲਿਊ ਕਿੰਨੀ ਆ ਗਈ 8 ਵਰਗਮੂਲ 3। ਫਿਰ ਵਿਦਿਆਰਥੀਓ CD ਦੇ ਵਿੱਚ DB ਬਟਾ CD ਪਤਾ ਕਰਨੀ ਹੈ। ਤਾਂ ਵਿਦਿਆਰਥੀਓ DB ਬਟਾ CD ਕਿਹਦੇ ਬਰਾਬਰ ਹੁੰਦਾ B ਬਟਾ H। B ਬਟਾ H ਕਿਹਦੇ ਬਰਾਬਰ ਹੁੰਦਾ cos 30 ਦੀ ਵੈਲਿਊ ਵਰਗਮੂਲ 3 ਬਟਾ 2। ਤਾਂ CD ਦੀ ਕ੍ਰਾਸ ਮਲਟੀਪਲਾਈ ਕਰਕੇ ਵਰਗਮੂਲ 3 ਨਾਲ ਮਲਟੀਪਲਾਈ ਹੋ ਗਈ, 8 ਦੀ 2 ਨਾਲ ਕੀਤੀ 16। CD ਦੀ ਵੈਲਿਊ ਕਿੰਨੀ ਆ ਗਈ 16 ਵਰਗਮੂਲ 3। ਤਾਂ ਵਿਦਿਆਰਥੀਓ ਇਸ ਤਰ੍ਹਾਂ ਦਰਖਤ ਦੀ ਕੁੱਲ ਉਚਾਈ ਕਿੰਨੀ ਆ ਗਈ AC ਪਲੱਸ CB ਬਰਾਬਰ 16 ਵਰਗਮੂਲ 3 ਪਲੱਸ 8 ਵਰਗਮੂਲ 3 24 ਵਰਗਮੂਲ 3। ਤਾਂ ਵਰਗਮੂਲ 3 ਨਾਲ ਉੱਪਰ ਗੁਣਾ ਕਰ ਦਿਓ, ਵਰਗਮੂਲ 3 ਨਾਲ ਨੀਚੇ ਗੁਣਾ ਕਰ ਦਿਓ। 3 ਦੀ 24 ਨੂੰ ਕੱਟਿਆ ਤਾਂ 8 ਵਰਗਮੂਲ ਕਿੰਨਾ ਆ ਗਿਆ 3 ਮੀਟਰ। ਤਾਂ ਨੈਕਸਟ ਹੈ ਕੁਐਸਚਨ ਨੰਬਰ 14। 5.5 10 3.5 ਪਸਾਰਾਂ ਵਾਲੇ ਘਨਾਭ ਬਣਾਉਣ ਲਈ 1.75 ਵਿਆਸ ਵਾਲੇ 2 ਮਿਲੀਮੀਟਰ ਚੌੜਾਈ ਵਾਲੇ ਕਿੰਨੇ ਚਾਂਦੀ ਦੇ ਸਿੱਕਿਆਂ ਨੂੰ ਪਿਘਲਾਉਣਾ ਪਏਗਾ। ਤਾਂ ਵਿਦਿਆਰਥੀਓ ਘਨਾਭ ਦਾ ਆਇਤਨ 5.5 ਗੁਣਾ 10 ਗੁਣਾ 3.5। ਤਾਂ ਵਿਦਿਆਰਥੀਓ ਦਸ਼ਮਲਵ ਹਟਾਇਆ ਤਾਂ 10 ਆ ਗਿਆ, 10 ਨਾਲ 10 ਕੈਂਸਲ। ਤਾਂ ਆਪਣੇ ਕੋਲ ਆ ਗਿਆ 1925 ਬਟਾ 10 ਸੈਂਟੀਮੀਟਰ ਕਿਊਬ। ਤਾਂ ਚਾਂਦੀ ਦੇ ਸਿੱਕੇ ਦਾ ਵਿਆਸ ਕਿੰਨਾ ਦਿੱਤਾ 1.75 ਸੈਂਟੀਮੀਟਰ। ਆਪਾਂ ਅਰਧ ਵਿਆਸ ਪਤਾ ਕਰ ਲਿਆ 1.75 ਬਟਾ ਕਿੰਨਾ ਆ ਗਿਆ 2। ਤਾਂ ਬੇਲਨਾਕਾਰ ਸਿੱਕੇ ਦਾ ਆਇਤਨ ਦਾ ਫਾਰਮੂਲਾ ਕੀ ਹੈ πr² h। ਤਾਂ ਵਿਦਿਆਰਥੀਓ ਉੱਥੇ ਵੈਲਿਊ ਪੁੱਟ ਕਰਤੀ, ਪਾਈ ਦੀ ਵੈਲਿਊ 22 ਬਟਾ 7, r 1.75 ਬਟਾ 2 1.75 ਬਟਾ 2। ਅਤੇ ਇਸ ਨੂੰ ਸੋਲਵ ਕਰਾਂਗੇ 77 ਬਟਾ ਕਿੰਨਾ ਆ ਜਾਏਗਾ 160 ਸੈਂਟੀਮੀਟਰ ਕਿਊਬ। ਤਾਂ ਵਿਦਿਆਰਥੀਓ ਚਾਂਦੀ ਦੇ ਸਿੱਕਿਆਂ ਦੀ ਸੰਖਿਆ ਘਨਾਭ ਦਾ ਆਇਤਨ ਬਟਾ ਇੱਕ ਸਿੱਕੇ ਦਾ ਆਇਤਨ 1925 ਬਟਾ 10 ਘਨਾਭ ਦਾ ਆਇਤਨ ਆਇਆ ਸੀਗਾ। 77 ਬਟਾ 160 ਨਾਲ ਇਸ ਨੂੰ ਭਾਗ ਕਰ ਦਿਓ। ਤਾਂ ਵਿਦਿਆਰਥੀਓ ਇਸ ਨੂੰ ਕੱਟੋਗੇ ਜਦੋਂ ਤਾਂ ਇਹ ਆ ਜਾਏਗਾ 400 ਸਿੱਕੇ। ਇਹ ਵਿਦਿਆਰਥੀਓ ਪ੍ਰੀ ਬੋਰਡ 'ਚ ਕੁਐਸਚਨ ਇਹ ਵੀ ਆਇਆ ਸੀਗਾ। ਨੈਕਸਟ ਹੈ ਮਿਲਾਨ ਕਰੋ। ਫਾਰਮੂਲਿਆਂ ਨਾਲ ਮਿਲਾਨ ਕਰਨਾ ਹੈ। ਅਰਧ ਗੋਲੇ ਦੀ ਕੁੱਲ ਸਤਹ ਦਾ ਖੇਤਰਫਲ ਵਿਦਿਆਰਥੀਓ 3πr²। ਗੋਲੇ ਦੀ ਕੁੱਲ ਸਤਹ ਦਾ ਖੇਤਰਫਲ 4πr²। ਸ਼ੰਕੂ ਦਾ ਆਇਤਨ 1/3 πr² h। ਤਾਂ ਨੈਕਸਟ ਹੈ ਬੇਲਨ ਦਾ ਆਇਤਨ πr² h। ਤਾਂ ਵਿਦਿਆਰਥੀਓ ਇਹ ਵੀ ਕੁਐਸਚਨ ਜਿਹੜਾ ਹੈ ਪ੍ਰੀ ਬੋਰਡ ਦੇ ਵਿੱਚ ਆਇਆ ਸੀ। ਨੈਕਸਟ ਹੈ ਸਹੀ ਮਿਲਾਨ ਕਰੋ AP ਦੇ 90ਵੇਂ ਪਦ ਦਾ ਸੂਤਰ। ਤਾਂ ਵਿਦਿਆਰਥੀਓ ਦਾ ਫਾਰਮੂਲਾ ਕੀ ਹੁੰਦਾ ਹੈ A + n - 1 × D। AP ਦੇ n ਪਦਾਂ ਦੇ ਜੋੜ ਦਾ ਸੂਤਰ n/2 2A + n - 1 × D। ਸਾਂਝੇ ਅੰਤਰ ਦਾ ਫਾਰਮੂਲਾ an + 1 - an। ਤਾਂ AP ਦਾ 5ਵਾਂ ਪਦ A + 4D। ਨੈਕਸਟ ਹੈ ਵਿਦਿਆਰਥੀਓ ਸ਼ੰਕੂ ਦਾ ਖੇਤਰਫਲ ਪਾਸਵੀ ਸਤਹ ਦਾ πr/l। ਗੋਲੇ ਦਾ ਆਇਤਨ 4/3 πr³ ਤਾਂ ਵੇਲਨ ਦਾ ਆਇਤਨ πr² h ਔਰ ਵੇਲਨ ਦੀ ਵਕਰ ਸਤਹ ਦਾ ਖੇਤਰਫਲ 2πr/h। ਨੈਕਸਟ ਹੈ ਸਹੀ ਮਿਲਾਨ ਕਰੋ AP ਦਾ ਆਮ ਰੂਪ A + D A + 2D। AP ਦੇ n ਪਦਾਂ ਦਾ ਜੋੜ ਦਾ ਸੂਤਰ n/2 2A + n - 1 × D। ਨੈਕਸਟ ਹੈ AP ਦਾ ਪਹਿਲਾ ਪਦ ਉਹ ਬਰਾਬਰ ਕਿਹਦੇ ਹੁੰਦਾ ਹੈ A ਦੇ ਔਰ ਸਾਂਝਾ ਅੰਤਰ ਕਿਹਦੇ ਬਰਾਬਰ ਹੁੰਦਾ ਹੈ T। ਤਾਂ ਨੈਕਸਟ ਹੈ 1.5 ਮੀਟਰ ਲੰਬਾ ਇੱਕ ਪ੍ਰੇਖਣੀ ਚਿਮਨੀ ਤੋਂ 28.5 ਮੀਟਰ ਦੀ ਦੂਰੀ 'ਤੇ ਉਸ ਦੀ ਅੱਖਾਂ ਨਾਲ ਚਿਮਨੀ ਦੇ ਸਿਖਰ ਦਾ ਉਚਾਰਨ ਕੋਣ 45 ਡਿਗਰੀ ਹੈ।
चिमनी की ऊंचाई पता करो। तो मान लो ए बी अपने कोल चिमनी है, सी डी प्रेक्षक है, ए डी ई उचान कोण है, ए डी ई विच ई कोण की है समकोण है। चिमनी की ऊंचाई किहदे बराबर होगी ए ई प्लस बी ई। तो विद्यार्थियों बंदा जिहड़ा है उसकी ऊंचाई कितनी 1.5 जो कि बी ई बनी है। तो डी ई ते बराबर सी बी है वो कितनी है 28.5। तो विद्यार्थियों त्रिभुज ए डी ई विच तो टेन ए ई बटा डी ई पी बटा बी होंगे जो कि 1045 है। 1045 की वैल्यू कितनी होती है 1। तो ए ई की वैल्यू कितनी आ गई 28.5। तो विद्यार्थियों चिमनी की ऊंचाई कितनी आ गई ए बी 28.5 1.5 जोड़ दो 30 मीटर। नैक्सट क्वेश्चन नंबर 20वां अर्ध व्यास 4.2 सेंटीमीटर वाले धातु के एक गोले ਨੂੰ पिघला के अर्ध व्यास 6 मीटर वाले एक बेलन के रूप में टालिया जाता है। बेलन की ऊंचाई पता करो। तो गोले का अर्ध व्यास अपने को कितना दिता है 4.2। आयतन का फार्मूला 4/3 पाई आर क्यूब। तो विद्यार्थियों 4/3 पाई आर क्यूब इस विच वैल्यू पुट कर दो। आर की वैल्यू कितनी है 4.2 42/10 गुणा 42/10 गुणा 42/10। तो उस तो बाद देखो विद्यार्थियों 42/10 गुणा 42/10। नैक्सट है जो धातु के गोले ਨੂੰ पिघला के बेलन के रूप में टालिया जाता है तो दोवें स्थितियों में आयतन समान रहता है। बेलन का आयतन का फॉर्मूला पाई आर स्केयर एच बराबर गोले का आयतन। पाई नाल पाई 22/7 कटिया गया। आर की वैल्यू कितनी है 6 गुणा 6। तो उस तो बाद विद्यार्थियों कट दो अपना सारी जी कटिंग की। तो 4 3 ਨੂੰ 42 से कटिया 14 आ गया। 22/7 ਨਾਲ 22/7 कटिया गया। इस तरह ही 6 गुणा 6 नीचे आ गया। तो विद्यार्थियों अपने को जो आंसर आ गया 2744/1000 2.744 सेंटीमीटर। नैक्सट 21वां क्वेश्चन दो घाती समीकरण के मूल जेकर संभव होन तो पता करो। तो विद्यार्थियों 4x की 2 + 4 वर्गमूल 3x + 3 ए की वैल्यू 4 बी की वैल्यू 4 वर्गमूल 3 सी की वैल्यू 3। तो डिस्क्रिमिनेंट आप पता किया 4 वर्गमूल 3 की गुणा 4 वर्गमूल 3 नाल। तो 4 चुके 16 तो गुणा 3 वर्गमूल 3 कितना बन जाता 3 16 गुणा 3 48। तो 48 - 48 कितना आ गया 0। मूल किन्ने आएंगे बराबर आएंगे। तो विद्यार्थियों बी की वैल्यू पुट कर दो -4 वर्गमूल 3 ± 0/2 गुणा ए की वैल्यू 4। तो 4 नाल 4 कैंसल वर्गमूल 3/2 माइनस वर्गमूल 3/2 दोवें मूल बराबर होंगे। नैक्सट है क्वेश्चन नंबर 22 x + 1/x बराबर 3 x नॉट इक्वल टू 0 समीकरण के मूल पता करो। तो विद्यार्थियों बहुत ही इंपॉर्टेंट क्वेश्चन है। x की तिरछी गुणा कर दो x गुणा x स्केयर हो गया प्लस 1 3 की x नाल गुणा की 3x। तो ये दो घाती समीकरण है। तो विद्यार्थियों ए की वैल्यू कितनी आ गई 1 बी की -3 सी की कितनी आ गई 1। तो डिस्क्रिमिनेंट पता करा किया b² - 4ac 3 का वर्ग 3 गुणा 3 9 9 - 4 कितना आ गया 5। तो मूल संभव ने। तो विद्यार्थियों मूल संभव ने तो डिस्क्रिमिनेंट वाले फॉर्मूले वैल्यूज पुट करती। बी की वैल्यू -3 माइनस माइनस की हो गए प्लस वर्गमूल प्लस माइनस वर्गमूल 5/2a। तो विद्यार्थियों अपने को आंसर कितना आ गया x बराबर 3 + वर्गमूल 5/2 3 - वर्गमूल 5/2। आखिर 23वां क्वेश्चन जोड़फल पता करो 34 32 30 अप टू 100 × 10। ए की वैल्यू 10 है डी की वैल्यू 32 - 34 डी कितना आ गया -2 और ए एन कितना दिता है 10। तो विद्यार्थियों ए एन का फॉर्मूला ए एन प्लस बराबर ए + n - 1 × डी। ए की वैल्यू 10 पुट करती ए की वैल्यू 34 डी की वैल्यू -2। तो विद्यार्थियों 10 चो 34 घटाते -2n माइनस माइनस की हो गया +2। 34 चो 10 चो 34 गए -24 -2 -2n एंड की वैल्यू अपने को कितनी आ जाएगी 26/2 कट के कितनी आ गई 13। तो एस का फॉर्मूला SN बराबर NA + L। तो एन कितना 13/2 34 + 10 44 44/2 कट के कितना आ गया 22 22 गुणा 13 286 ये आंसर आ गया। तो विद्यार्थियों उम्मीद करता हाँ ਤੁਹਾਨੂੰ ਜਿਹੜੇ ਹੈ ਇਹ ਸਮਝ ਆਏ ਹੋਣਗੇ। IPS ਮੈਥ ਕਲਾਸਿਸ ਜੁਆਇਨ ਕਰਨ ਲਈ ਬਹੁਤ ਬਹੁਤ ਧੰਨਵਾਦ। ਨੈਕਸਟ ਵੀਡੀਓ ਦੇ ਵਿੱਚ ਫਿਰ ਕੁਝ ਨਵਾਂ ਲੈ ਕੇ ਮਿਲਾਂਗੇ। ਧੰਨਵਾਦ। ਥੈਂਕ ਯੂ ਵੈਰੀ ਮੱਚ।